ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੈਂ ਪ੍ਰਦੀਪ ਕੌਰ ਪੰਜਾਬੀ ਮਿਸਟਰੈਸ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਰੜ ਵਿਆਕਰਨ ਦਾ ਵਿਸ਼ਾ ਲੈ ਕੇ ਆਈ ਹਾਂ, ਸ਼ਬਦ ਰਚਨਾ। ਵਿਦਿਆਰਥੀਓ, ਆਪਾਂ ਪਹਿਲੇ ਕਾਂਡ ਵਿੱਚ ਪੜ੍ਹਿਆ ਤੇ ਸਮਝਿਆ ਸੀ ਕਿ ਬੋਲਣ ਵੇਲੇ ਮਨੁੱਖ ਦੇ ਮੂੰਹ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਹਨ ਉਹਨਾਂ ਨੂੰ ਵਿਆਕਰਨ ਵਿੱਚ ਧੁਨੀਆਂ ਕਿਹਾ ਜਾਂਦਾ ਹੈ। ਧੁਨੀ ਨੂੰ ਭਾਸ਼ਾ ਦੀ ਬੁਨਿਆਦੀ ਇਕਾਈ ਵੀ ਕਿਹਾ ਜਾਂਦਾ ਹੈ। ਭਾਵ ਧੁਨੀ ਭਾਸ਼ਾ ਦੀ ਸੰਰਚਨਾ ਦੀ ਸਭ ਤੋਂ ਛੋਟੀ ਇਕਾਈ ਹੈ। ਧੁਨੀਆਂ ਨੂੰ ਜਦੋਂ ਕਿਸੇ ਵੀ ਭਾਸ਼ਾ ਵਿੱਚ ਲਿਖਣ ਲਈ ਪਹਿਚਾਣ ਚਿੰਨ੍ਹ ਦੇ ਦਿੱਤੇ ਜਾਂਦੇ ਹਨ, ਉਹ ਭਾਸ਼ਾ ਦੇ ਅੱਖਰ ਕਹਾਉਂਦੇ ਹਨ। ਜਦੋਂ ਅੱਖਰਾਂ ਨੂੰ ਲਗਾਂ ਤੇ ਲਗਾਖਰਾਂ ਦੇ ਮੇਲ ਨਾਲ ਲਿਖਿਆ ਜਾਂਦਾ ਹੈ ਤਾਂ ਇਹ ਸ਼ਬਦ ਬਣ ਜਾਂਦੇ ਹਨ। ਲਗਾਂ ਪੰਜਾਬੀ ਵਿੱਚ 10 ਹੁੰਦੀਆਂ ਹਨ: ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ ਤੇ ਕਨੌੜਾ। ਵਿਦਿਆਰਥੀਓ, ਲਗਾਖਰ ਪੰਜਾਬੀ ਵਿੱਚ 3 ਹੁੰਦੇ ਹਨ: ਬਿੰਦੀ, ਟਿੱਪੀ ਤੇ ਅਦਕ। ਬੱਚਿਓ, ਇੱਥੇ ਮੈਂ ਤੁਹਾਨੂੰ ਇਹ ਵੀ ਜਾਣਕਾਰੀ ਦੇਣਾ ਚਾਹਾਂਗੀ ਕਿ ਲਗਾਂ ਅੱਖਰਾਂ ਨੂੰ ਲੱਗਦੀਆਂ ਹਨ ਅਤੇ ਲਗਾਖਰ ਨੂੰ ਆਪਾਂ ਲਗਾਂ ਨੂੰ ਲਗਾ ਸਕਦੇ ਹਾਂ। ਹੁਣ ਆਪਾਂ ਸ਼ਬਦ ਰਚਨਾ ਬਾਰੇ ਪੜ੍ਹਾਂਗੇ। ਸ਼ਬਦ ਅੱਖਰਾਂ, ਲਗਾਂ ਤੇ ਲਗਾਖਰਾਂ ਦੇ ਮੇਲ ਨਾਲ ਬਣਦੇ ਹਨ। ਅਰਥਾਂ ਦੇ ਪੱਧਰ ਤੇ ਇਹ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਹੈ। ਭਾਵ ਕਿ ਆਪਾਂ ਜਦੋਂ ਅੱਖਰਾਂ ਨੂੰ ਲਗਾਂ ਅਤੇ ਲਗਾਖਰਾਂ ਦੇ ਮੇਲ ਨਾਲ ਲਿਖਦੇ ਹਾਂ ਤਾਂ ਇੱਕ ਸ਼ਬਦ ਬਣ ਜਾਂਦਾ ਹੈ। ਸ਼ਬਦ ਭਾਸ਼ਾ ਦੀ ਇਹ ਪ੍ਰਮੁੱਖ ਇਕਾਈ ਹੁੰਦੀ ਹੈ। ਸ਼ਬਦ ਦੇ ਜੋੜ ਤੋਂ ਹੀ ਵਾਕੰਸ਼ ਅਤੇ ਵਾਕ ਬਣਦੇ ਹਨ। ਹਰ ਸ਼ਬਦ ਦਾ ਵਾਕ ਵਿੱਚ ਸਥਾਨ ਅਤੇ ਕਾਰਜ ਨਿਸ਼ਚਿਤ ਹੁੰਦਾ ਹੈ। ਸ਼ਬਦਾਂ ਦੇ ਕਈ ਭੇਦ ਹੁੰਦੇ ਹਨ: ਅਰਥ ਦੀ ਦ੍ਰਿਸ਼ਟੀ ਤੋਂ, ਦੂਜਾ ਰਚਨਾ ਦੀ ਦ੍ਰਿਸ਼ਟੀ ਤੋਂ। ਅਰਥ ਦੀ ਦ੍ਰਿਸ਼ਟੀ ਤੋਂ ਸ਼ਬਦਾਂ ਦੀਆਂ 2 ਕਿਸਮਾਂ ਹੁੰਦੀਆਂ ਹਨ: ਨੰਬਰ 1 ਸਾਰਥਕ ਸ਼ਬਦ, ਨੰਬਰ 2 ਨਿਰਾਰਥਕ ਸ਼ਬਦ। ਸਾਰਥਕ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਦਾ ਕੋਈ ਅਰਥ ਨਿਕਲਦਾ ਹੈ। ਨਿਰਾਰਥਕ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ। ਤੇ ਰਚਨਾ ਦੀ ਦ੍ਰਿਸ਼ਟੀ ਤੋਂ ਸ਼ਬਦਾਂ ਦੇ 2 ਭੇਦ ਹਨ: ਮੂਲ ਸ਼ਬਦ ਤੇ ਰਚਿਤ ਸ਼ਬਦ। ਮੂਲ ਸ਼ਬਦ ਉਹ ਹੈ ਜੋ ਆਪਣੇ ਆਪ ਵਿੱਚ ਇੱਕ ਪੂਰਨ ਇਕਾਈ ਹੁੰਦਾ ਹੈ। ਇਸ ਸ਼ਬਦ ਨੂੰ ਅੱਗੇ ਤੋੜਿਆ ਨਹੀਂ ਜਾ ਸਕਦਾ ਅਤੇ ਨਾ ਹੀ ਇਸ ਦੀ ਬਣਤਰ ਵਿੱਚ ਕਿਸੇ ਸ਼ਬਦ ਜਾਂ ਸ਼ਬਦਾਂਸ਼ ਦਾ ਮੇਲ ਹੋਇਆ ਮਿਲਦਾ ਹੈ। ਉਦਾਹਰਨ ਲਈ, ਮੂਲ ਸ਼ਬਦ ਕਰ, ਪੜ੍ਹ, ਰੇਤ, ਬਾਗ, ਜਾ, ਤੂੰ। ਭਾਵ ਕਿ ਇਹ ਸ਼ਬਦਾਂ ਨੂੰ ਅਸੀਂ ਅੱਗੇ ਨਹੀਂ ਤੋੜ ਸਕਦੇ। ਇਹ ਮੂਲ ਮਤਲਬ ਅਸਲ ਵਿੱਚ। ਤੇ ਦੂਜਾ ਹੈ ਰਚਿਤ ਸ਼ਬਦ। ਰਚਿਤ, ਜਿਵੇਂ ਆਪਾਂ ਨੂੰ ਨਾਮ ਤੋਂ ਹੀ ਸਪਸ਼ਟ ਹੁੰਦਾ ਹੈ ਕਿ ਰਚਿਆ ਹੋਇਆ। ਰਚਿਤ ਉਹ ਸ਼ਬਦ ਹੁੰਦਾ ਹੈ ਜਿਹੜਾ ਮੂਲ ਸ਼ਬਦ ਤੋਂ ਵੱਖ-ਵੱਖ ਢੰਗਾਂ ਨਾਲ ਰਚਿਆ ਜਾਂਦਾ ਹੈ। ਕਿਸੇ ਵੀ ਭਾਸ਼ਾ ਦੀ ਬਹੁਤੀ ਸ਼ਬਦਾਵਲੀ ਅਜਿਹੇ ਸ਼ਬਦਾਂ ਦੀ ਹੁੰਦੀ ਹੈ। ਰਚਿਤ ਸ਼ਬਦ ਇਸ ਲਈ ਉਹ ਸ਼ਬਦ ਹੁੰਦੇ ਹਨ ਜਿਹੜੇ ਅਸੀਂ ਮੂਲ ਸ਼ਬਦ ਤੋਂ ਬਣਾਏ ਹੁੰਦੇ ਹਨ। ਤੇ ਰਚਿਤ ਸ਼ਬਦ ਨੂੰ ਅਸੀਂ 2 ਤਰ੍ਹਾਂ ਵੰਡ ਸਕਦੇ ਹਾਂ: ਨੰਬਰ 1 ਸਮਾਸੀ ਸ਼ਬਦ, ਨੰਬਰ 2 ਉਤਪੰਨ ਸ਼ਬਦ। ਸਮਾਸੀ ਸ਼ਬਦ, ਸਮਾਸ ਦਾ ਅਰਥ ਹੈ ਜੋੜਨਾ ਜਾਂ ਸੰਖੇਪ ਕਰਨਾ। ਜਦੋਂ 2 ਜਾਂ 3 ਸ਼ਬਦਾਂ ਨੂੰ ਜੋੜ ਕੇ ਉਹਨਾਂ ਦਾ ਸੰਖੇਪ ਰੂਪ ਇਸ ਪ੍ਰਕਾਰ ਬਣਾਇਆ ਜਾਵੇ ਕਿ ਉਹ ਇੱਕ ਨਵਾਂ ਅਰਥ ਦੇਣ ਵਾਲਾ ਵੱਖਰਾ ਸ਼ਬਦ ਬਣ ਜਾਵੇ ਤਾਂ ਉਸ ਨੂੰ ਸਮਾਸੀ ਸ਼ਬਦ ਕਹਿੰਦੇ ਹਨ। ਜਿਵੇਂ ਸੱਜਰੀ ਵਿਆਹੀ ਹੋਈ ਨੂੰ ਸੱਜ ਵਿਆਹੀ, ਹੱਥ ਨੂੰ ਲੱਗਣ ਵਾਲੀ ਕੜੀ, ਹੱਥ ਕੜੀ, ਲੋਕਾਂ ਦਾ ਰਾਜ, ਲੋਕ ਰਾਜ। ਬੱਚਿਓ, ਸਮਾਸੀ ਸ਼ਬਦ ਤੁਸੀਂ ਅੰਗਰੇਜ਼ੀ ਵਿੱਚ ਵੀ ਪੜ੍ਹੇ ਹੋਣਗੇ। ਆਪਾਂ ਇਹਨਾਂ ਨੂੰ ਕੰਪਾਊਂਡ ਵਰਡਸ ਕਹਿੰਦੇ ਹਾਂ।
ਪੰਜਾਬੀ ਵਿੱਚ ਆਮ ਤੌਰ 'ਤੇ ਸਮਾਸ ਦੋ ਸ਼ਬਦਾਂ ਨੂੰ ਮਿਲਾ ਕੇ ਬਣਦਾ ਹੈ। ਕਦੀ ਕਦੀ ਇਹ ਤਿੰਨ ਸ਼ਬਦਾਂ ਦਾ ਵੀ ਹੋ ਜਾਂਦਾ ਹੈ, ਜਿਵੇਂ ਹਰਮਨ ਪਿਆਰਾ, ਹਰ ਮਨ ਤੇ ਪਿਆਰਾ, ਇੱਥੇ ਤਿੰਨ ਸ਼ਬਦ ਨੇ। ਸਮਾਸ ਵਿਧੀ ਵਿੱਚ ਸ਼ਬਦ ਬਣਾਉਣ ਵੇਲੇ ਯੋਜਕ ਤੇ ਸੰਬੰਧਕ ਸ਼ਬਦ ਛੱਡ ਦਿੱਤੇ ਜਾਂਦੇ ਹਨ। ਜਿਵੇਂ ਰਾਸ਼ਟਰ ਦਾ ਪਤੀ ਤੋਂ ਆਪਾਂ ਸਿੱਧਾ ਲਿਖ ਲੈਂਦੇ ਹਾਂ ਰਾਸ਼ਟਰਪਤੀ, ਆਪ ਨਾਲ ਬੀਤੀ ਨੂੰ ਆਪਾਂ ਸਿੱਧਾ ਲਿਖ ਕੇ ਆਪ ਬੀਤੀ। ਇਸੇ ਤਰ੍ਹਾਂ ਰਚਨਾ ਦੇ ਪੱਖ ਤੋਂ ਜਿਹੜੇ ਰਚਿਤ ਸ਼ਬਦ ਨੇ ਉਹਨਾਂ ਦੀ ਦੂਜੀ ਕਿਸਮ ਹੈ ਉਤਪੰਨ ਸ਼ਬਦ। ਉਤਪੰਨ ਮਤਲਬ ਪੈਦਾ ਹੋਇਆ। ਜਿਹੜਾ ਸ਼ਬਦ ਕਿਸੇ ਮੂਲ ਸ਼ਬਦ ਤੋਂ ਪਹਿਲਾਂ ਅਗੇਤਰ ਲਾ ਕੇ ਜਾਂ ਪਿਛੇਤਰ ਲਾ ਕੇ ਬਣਾਇਆ ਜਾਵੇ ਉਸ ਨੂੰ ਉਤਪੰਨ ਸ਼ਬਦ ਕਹਿੰਦੇ ਹਨ। ਸ਼ਬਦਾਂ ਦੇ ਅੱਗੇ ਲੱਗੇ ਵਾਲੇ ਸ਼ਬਦਾਂਸ਼ ਅਗੇਤਰ ਅਤੇ ਪਿੱਛੇ ਲੱਗਣ ਵਾਲੇ ਪਿਛੇਤਰ ਹੁੰਦੇ ਹਨ। ਉਦਾਹਰਨ ਲਈ ਦੁਰਘਟਨਾ ਸ਼ਬਦ ਵਿੱਚ ਘਟਨਾ ਸ਼ਬਦ ਤੋਂ ਪਹਿਲਾਂ ਦੁਰ ਅਗੇਤਰ ਲੱਗਿਆ ਹੋਇਆ ਹੈ ਅਤੇ ਅਣਖੀਲਾ ਸ਼ਬਦ ਵਿੱਚ ਅਣਖ ਸ਼ਬਦ ਦੇ ਪਿੱਛੇ ਈਲਾ ਪਿਛੇਤਰ ਲੱਗਿਆ ਹੋਇਆ ਹੈ। ਵਿਦਿਆਰਥੀਓ, ਹੁਣ ਆਪਾਂ ਅਗੇਤਰ ਵਾਲੇ ਸ਼ਬਦਾਂ ਦੀ ਕੁਝ ਉਦਾਹਰਨਾਂ ਪੜ੍ਹਾਂਗੇ। ਜਿਵੇਂ ਸਭ ਤੋਂ ਪਹਿਲਾ ਹੈ ਉਹ। ਵਿਦਿਆਰਥੀਓ, ਮੈਂ ਤੁਹਾਨੂੰ ਇੱਥੇ ਇਹ ਵੀ ਸਮਝਾਉਣਾ ਚਾਹਾਂਗੀ ਕਿ ਜਿਹੜੇ ਅਗੇਤਰ ਸ਼ਬਦ ਦਿੱਤੇ ਹੋਏ ਹੁੰਦੇ ਆ ਉਹਨਾਂ ਦਾ ਆਪਣਾ ਇੱਕ ਮਤਲਬ ਹੁੰਦਾ ਹੈ ਤੇ ਜਿਹੜਾ ਪਿੱਛੇ ਵਾਲਾ ਸ਼ਬਦ ਆਪਾਂ ਨਾਲ ਜੋੜਦੇ ਹਾਂ ਉਸ ਦਾ ਵੀ ਆਪਣਾ ਇੱਕ ਮਤਲਬ ਹੁੰਦਾ ਹੈ, ਅਰਥ ਹੁੰਦਾ ਹੈ। ਜਿਵੇਂ ਉਖੜਨਾ, ਉਥਲਣਾ, ਉਲੰਘਣਾ, ਉਲੱਦਣਾ। ਇੱਥੇ ਦੇਖੋ ਊ ਦਾ ਉਹਨਾਂ ਨੇ ਅਰਥ ਦੱਸਿਆ ਹੋਇਆ ਉੱਪਰੋਂ ਜਾਂ ਉੱਪਰ ਨੂੰ। ਉਪ ਛੋਟਾ ਅਰਥ ਦੱਸਿਆ ਹੋਇਆ ਹੈ ਤੇ ਉਪਨਾਮ, ਉਪਬੋਲੀ, ਉਪਮੰਤਰੀ, ਉਪ ਨਿਰਦੇਸ਼ਕ। ਦੇਖੋ ਬੱਚੇ, ਉਪ ਅਲੱਗ ਅਰਥ ਹੈ ਤੇ ਨਾਮ ਅਲੱਗ ਮੂਲ ਸ਼ਬਦ ਹੈ। ਉਪ ਅਲੱਗ ਹੈ ਤੇ ਬੋਲੀ ਦਾ ਅਲੱਗ ਮੂਲ ਸ਼ਬਦ ਹੈ। ਜੇ ਆਪਾਂ ਉਪ ਤੋਂ ਉੱਪਰ ਬਣਾ ਲਾਵਾਂਗੇ ਅਗੇਤਰ ਸ਼ਬਦ ਤਾਂ ਉਹ ਗਲਤ ਹੋਏਗਾ, ਕਿਉਂਕਿ ਰਸ ਦਾ ਆਪਣਾ ਕੋਈ ਅਰਥ ਨਹੀਂ ਹੈ। ਇਸੇ ਤਰ੍ਹਾਂ ਅਗੇਤਰ ਲੱਗਿਆ ਸ਼ਬਦ ਹੈ, ਇਹਦਾ ਮਤਲਬ ਆਪਣਾ ਨਾਂਵਾਚਕ ਜਾਂ ਬਿਨਾਂ ਜਾਂ ਹੀਨ। ਅਸਹਿ, ਅਕਹਿ, ਅਸੰਤੁਸ਼ਟ, ਅਸਫਲ, ਅਸੰਭਵ, ਅਸਮਰੱਥ, ਅਸ਼ਲੀਲ, ਅਸ਼ਾਂਤ, ਅਸਾਧ, ਅਸਧਾਰਨ, ਅਸ਼ੁੱਧ, ਅਸ਼ੁਭ, ਅਹਿੰਸਾ, ਅਕਾਰਨ, ਅਟਲ, ਅਟੁੱਟ, ਅਨਿਆਂ, ਅਪੂਰਨ, ਅਰੋਗ, ਅਮਰ, ਅਲੂਣਾ। ਇਸੇ ਤਰ੍ਹਾਂ ਹੀ ਬੱਚਿਓ ਉਤਪੰਨ ਸ਼ਬਦ ਦਾ ਦੂਜੀ ਕਿਸਮ ਹੈ ਪਿਛੇਤਰ। ਜਿਹੜੇ ਸ਼ਬਦ ਮੂਲ ਸ਼ਬਦਾਂ ਦੇ ਪਿੱਛੇ ਲੱਗ ਕੇ ਨਵੇਂ ਸ਼ਬਦਾਂ ਦਾ ਨਿਰਮਾਣ ਕਰਦੇ ਹਨ ਉਹਨਾਂ ਨੂੰ ਪਿਛੇਤਰ ਕਿਹਾ ਜਾਂਦਾ ਹੈ। ਜਿਵੇਂ ਊ ਕਿਹਾ ਗਿਆ ਤਾਂ ਕਪਾਊ, ਗੁਆਊ, ਖਾਊ, ਡਰੂ, ਰੋੜੂ। ਇੱਥੇ ਦੇਖੋ ਗੁਆ, ਕਮਾ, ਇਹ ਸਾਰੇ ਮੂਲ ਸ਼ਬਦ ਨੇ। ਇਸੇ ਤਰ੍ਹਾਂ ਦੂਜਾ ਹੈ ਆਈ, ਸੱਚਾਈ, ਚੰਗਿਆਈ, ਬੁਰਾਈ, ਲੁਕਾਈ। ਆਗ, ਚਲਾਕ, ਤੈਰਾਕ, ਦੌੜਾਕ। ਚੱਲ, ਚਲਾਕ, ਤੈਰ, ਦੌੜ, ਇਹ ਸਾਰੇ ਮੂਲ ਸ਼ਬਦ ਨੇ। ਵਿਦਿਆਰਥੀਓ, ਮੈਨੂੰ ਉਮੀਦ ਹੈ ਕਿ ਸ਼ਬਦ ਰਚਨਾ ਤੁਹਾਨੂੰ ਪੂਰੀ ਤਰ੍ਹਾਂ ਸਮਝ ਆ ਗਈ ਹੋਵੇਗੀ। ਧੰਨਵਾਦ।